TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਜਿਹੜੀਆਂ ਖਬਰਾਂ ਨੂੰ ਆਧਾਰ ਬਣਾਵਾਂਗੇ, ਆਓ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਅਮਰੀਕਾ ਦੇ 3 ਸ਼ਹਿਰਾਂ ਦੇ ਮੇਅਰ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਡਟੇ। ਕੈਨੇਡਾ ਅਤੇ ਭਾਰਤ ਦੇ ਸਬੰਧ ਹੋ ਸਕਦੇ ਨੇ ਪ੍ਰਭਾਵਿਤ। ਮੋਦੀ ਦੀ ਮਾਂ ਨੂੰ ਇੱਕ ਕਿਸਾਨ ਨੇ ਲਿਖੀ ਚਿੱਠੀ। ਕਿਸਾਨ ਹੱਕਾਂ ਲਈ ਦਿੱਲੀ ਬੈਠੇ ਨੇ ਤੇ ਤੁਸੀਂ ਚੌਧਰਾ ਭਾੜ ਰਹੇ ਹੋ, ਇੱਕ ਨੌਜਵਾਨ ਨੇ ਦਿੱਤਾ ਹੋਕਾ। ਕਿਸਾਨ ਅੰਦੋਲਨ ਭਾਜਪਾ ਲਈ ਬਣਿਆ ਮੁਸੀਬਤ, ਬਹੁਤੀਆਂ ਥਾਵਾਂ ਤੇ ਨਹੀਂ ਲੱਭੇ ਉਮੀਦਵਾਰ। ਪ੍ਰਧਾਨ ਮੰਤਰੀ ਮੋਦੀ ਨੇ ਖੇਤੀਬਾੜੀ ਮੰਤਰੀ ਤੋਮਰ ਦੇ ਭਾਸ਼ਣ ਨੂੰ ਸੁਣਨ ਦੀ ਕੀਤੀ ਅਪੀਲ। ਚੱਕਾ ਜਾਮ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧ ਸਖਤ। ਕਿਸਾਨ ਦੀ ਲਾਸ਼ ਨੂੰ ਤਿਰੰਗੇ ਵਿੱਚ ਲਪੇਟ ਕੇ ਅੰਤਮ ਯਾਤਰਾ ਕੱਢਣ ਤੇ ਪਰਿਵਾਰ ਵਾਲਿਆਂ ਵਿਰੁੱਧ ਮਾਮਲਾ ਦਰਜ। ਅਤੇ ਪਿੰਡ ਭਾਦੜਾ ਦੇ ਨੌਜਵਾਨ ਕਿਸਾਨ ਦੀ ਟਿਕਰੀ ਸਰਹੱਦ ਤੇ ਹੋਈ ਮੌਤ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਏਗੀ। ਇਹਨਾਂ ਖਬਰਾਂ ਤੋਂ ਇਲਾਵਾ ਜਿਸ ਤਰ੍ਹਾਂ ਕੱਲ ਮੈਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਗ੍ਰੇਟਾ ਥਨਬਰਗ ਦੀ, ਅੱਜ ਜਾਣਕਾਰੀ ਕੁਝ ਤੁਹਾਡੇ ਨਾਲ ਮੈਂ ਸਾਂਝੀ ਕਰਾਂਗਾ ਕਿ ਅਸਲ ਦੇ ਵਿੱਚ ਰਿਆਨਾ ਕੌਣ ਹੈ। ਇਹਦੇ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਦੋਸਤੋ, ਕੱਲ ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਗ੍ਰੇਟਾ ਦੇ ਬਾਬਤ ਸੰਖੇਪ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਸੀ ਕਿ ਗ੍ਰੇਟਾ ਥਨਬਰਗ ਹੈ ਕੌਣ। ਉਹ ਅੱਜ ਬਹੁਤ ਸਾਰੇ ਦਰਸ਼ਕਾਂ ਦੇ ਉਹਦੇ ਤੋਂ ਬਾਅਦ ਰਿਆਨਾ ਨੂੰ ਇਹ ਤਾਂ ਜਾਣਦੇ ਆ ਕਿ ਉਹ ਪੌਪ ਸਟਾਰ ਹੈ, ਉਹ ਵੱਡੀ ਗਾਇਕਾ ਹੈ, ਅੰਤਰਰਾਸ਼ਟਰੀ ਪ੍ਰਸਿੱਧੀ ਉਹਦੇ ਕੋਲ ਹੈ, ਦੁਨੀਆ ਦੇ ਵੱਡੇ ਵੱਡੇ ਅਵਾਰਡ ਉਹਦੀ ਝੋਲੀ ਵਿੱਚ ਪਏ ਹੋਏ ਨੇ। ਪਰ ਅਸਲ ਦੇ ਵਿੱਚ ਉਹਦੀ ਤਸਵੀਰ ਦਾ ਇੱਕ ਪਾਸਾ ਹੋਰ ਵੀ ਹੈ ਕਿ ਕਮਾਈ ਵੀ ਅੰਤਾਂ ਦੀ ਕਰਦੀ ਹੈ ਤੇ ਦਾਨਣ ਵੀ ਪੁੱਜ ਕੇ ਹੈ। ਕਿਉਂਕਿ ਇਹ ਗਾਇਕਾ ਅਸਲ ਦੇ ਵਿੱਚ ਪਹਿਲਾਂ ਹੀ ਬਹੁਤ ਸਾਰਾ ਯੂਥ ਇਹਨੂੰ ਸੁਣਦਾ ਹੈ। ਹਾਲੀਵੁੱਡ ਦੇ ਵਿੱਚ ਇਹਦੀ ਤੂਤੀ ਬੋਲਦੀ ਹੈ। ਪਰ ਜਦੋਂ ਦਾ ਆਹ ਟਵੀਟ ਇਹਨਾਂ ਨੇ ਕਰ ਦਿੱਤਾ ਕਿਸਾਨੀ ਸੰਘਰਸ਼ ਦੇ ਹੱਕ ਵਿੱਚ, ਉਹਦੇ ਤੋਂ ਬਾਅਦ ਤਾਂ ਲਗਭਗ ਜਿਸ ਤਰ੍ਹਾਂ ਭੁਚਾਲ ਹੀ ਆ ਗਿਆ ਹੋਵੇ। ਹਰ ਪਾਸੇ ਰਿਆਨਾ 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 ਜੰਮ ਕੇ ਕੁਝ ਤਾਰੀਫ ਵੀ ਕਰ ਰਹੇ ਨੇ ਤੇ ਦੂਸਰੇ ਪਾਸੇ ਇਹ ਵੀ ਆਖਿਆ ਜਾ ਰਿਹਾ ਕੁਝ ਇੱਕ ਲੋਕਾਂ ਦੇ ਵੱਲੋਂ ਤੇ ਭਾਰਤ ਸਰਕਾਰ ਵੀ ਆਖ ਰਹੀ ਹੈ ਕਿ ਇਹਨੇ ਪੈਸੇ ਲੈ ਕੇ ਟਵੀਟ ਕੀਤਾ। ਤੇ ਨਾਲ ਕੰਗਣਾ ਰਣੌਤ ਨੇ ਵੀ ਇਹਨਾਂ ਤੇ ਨਿਸ਼ਾਨਾ ਬੰਨ੍ਹਿਆ ਸੀ। ਕੰਗਣਾ ਨੇ ਆਖਿਆ ਸੀ ਕਿ ਰਿਆਨਾ ਤਾਂ ਮੂਰਖ ਹੈ। ਉਹਦੇ ਤੋਂ ਬਾਅਦ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੀਆਂ ਹਸਤੀਆਂ ਇਸ ਅੰਦੋਲਨ ਦੇ ਹੱਕ ਵਿੱਚ ਲਗਾਤਾਰ ਟਵੀਟ ਕਰਨ ਲੱਗੀਆਂ। ਜਿਸ ਤਰ੍ਹਾਂ ਇਹ ਆਪਣੀ ਗਾਇਕੀ ਦੇ ਵਾਸਤੇ ਮਸ਼ਹੂਰ ਹੈ ਤੇ ਉੱਥੇ ਚੰਗੇ ਕੰਮਾਂ ਵਾਸਤੇ ਵੀ ਜਾਣੀ ਜਾਂਦੀ ਹੈ। ਅਸਲ ਦੇ ਵਿੱਚ ਰਿਆਨਾ ਨੇ 2012 ਦੇ ਵਿੱਚ ਕਲਾਰਾ ਲਾਈਨਲ ਫਾਊਂਡੇਸ਼ਨ ਦੀ ਇੱਕ ਸਥਾਪਨਾ ਕੀਤੀ। ਇਹ ਸੰਗਠਨ ਸਮੁੱਚੀ ਦੁਨੀਆ ਦੇ ਵਿੱਚ ਸਿੱਖਿਆ ਤੇ ਹੋਰ ਚੰਗੇ ਕੰਮਾਂ ਦੇ ਵਾਸਤੇ ਕੰਮ ਕਰ ਰਿਹਾ ਹੈ। ਮਾਰਚ 2020 ਦੇ ਵਿੱਚ ਇਹਨਾਂ ਨੇ ਇਸ ਫਾਊਂਡੇਸ਼ਨ ਨੂੰ ਇਸ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਲਿਆਂਦਾ ਕਿ ਲੋਕ ਇਹਨਾਂ ਲਈ ਆਸ਼ ਕਰ ਉੱਠੇ। ਫਾਊਂਡੇਸ਼ਨ ਨੇ ਕੋਵਿਡ-19 ਦੇ ਨਾਲ ਨਜਿੱਠਣ ਦੇ ਵਾਸਤੇ $50 ਲੱਖ ਲਗਭਗ 36 ਕਰੋੜ ਰੁਪਏ ਭਾਰਤ ਦੇ ਬਣਦੇ ਆ ਦਾਨ ਦਿੱਤੇ। ਇੰਨਾ ਹੀ ਨਹੀਂ, ਅਪ੍ਰੈਲ 2020 ਦੇ ਵਿੱਚ ਟਵਿੱਟਰ ਦੇ CEO ਜੈਕ ਡੌਰਸੀ ਨਾਲ ਮਿਲ ਕੇ ਐਲਏ ਦੇ ਵਿੱਚ ਕੋਵਿਡ-19 ਦੇ ਵਿੱਚ ਘਰ 'ਚ ਰਹਿਣ ਦੇ ਹੁਕਮ ਜਦੋਂ ਦਿੱਤੇ ਗਏ ਤੇ ਘਰੇਲੂ ਹਿੰਸਾ ਦਾ ਸ਼ਿਕਾਰ ਜਿਹੜੇ ਲੋਕ ਸੀ, ਫਿਰ ਉਹਨਾਂ ਦੀ ਮਦਦ ਦੇ ਵਾਸਤੇ ਇਹਨਾਂ ਨੇ ਹੱਥ ਮਿਲਾਏ। ਦੋਵਾਂ ਨੇ ਰਲ ਕੇ $42 ਲੱਖ ਦਾਨ ਦੇ ਵਿੱਚ ਦਿੱਤੇ, ਜਿਹਦੇ ਵਿੱਚੋਂ $21 ਲੱਖ ਇਕੱਲੀ ਰਿਆਨਾ ਨੇ ਦਾਨ ਕੀਤੇ ਸੀ। ਹੁਣ ਮਾਰਚ ਦੇ ਵਿੱਚ ਹੀ ਤੁਸੀਂ ਦੇਖੋ ਕਿ ਮਾਰਚ 2020 ਦੇ ਵਿੱਚ ਕਰੋਨਾ ਰਾਹਤ ਵਾਸਤੇ $10 ਲੱਖ ਡੋਨੇਟ ਕੀਤੇ। ਇਹ ਸੈਂਕੜਿਆਂ ਵਿੱਚ ਨਹੀਂ, ਤੁਸੀਂ ਦੇਖੋ ਕਿ ਕਿਤੇ $10 ਲੱਖ, ਕਿਤੇ 30 ਲੱਖ, ਕਿਤੇ 20 ਲੱਖ। ਸੋ ਰਿਆਨਾ ਜਿੰਨੀ ਕਮਾਈ ਕਰਦੀ ਹੈ ਉਸ ਤਰੀਕੇ ਨਾਲ ਇਸ ਦਾ ਦਿਲ ਵੀ ਬਹੁਤ ਦਰਿਆ ਹੈ। ਪਰ ਹੁਣ ਜਦੋਂ ਦੂਸਰੇ ਪਾਸੇ ਇਹਦੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਭਾਈ ਇੱਕ ਪਤਾ ਲੱਗ ਗਿਆ ਕਿ ਇਹਨੂੰ ਤਾਂ $2.5 ਮਿਲੀਅਨ ਦਿੱਤੇ ਗਏ ਤੇ ਫਿਰ ਇਸਨੇ ਟਵੀਟ ਕੀਤਾ। ਪਰ ਦੂਸਰੇ ਪਾਸੇ ਆਹ ਦੇਖੋ ਕਿ ਛੋਟੀ ਛੋਟੀ ਰਕਮ ਦੇ ਸ਼ਾਇਦ ਇਹ ਮੂੰਹ ਨਹੀਂ ਲੱਗਦੀ। ਇਹ ਤਾਂ ਆਪਣੀ ਕਮਾਈ ਦਾ ਬਹੁਤ ਜ਼ਿਆਦਾ ਹਿੱਸਾ ਲੋਕਾਂ ਨੂੰ ਡੋਨੇਟ ਵੀ ਕਰ ਰਹੀ ਹੈ। ਸੋ ਅਗਲਾ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਇਹ ਵੀ ਕਿਸਾਨ ਸੰਘਰਸ਼ ਦੇ ਨਾਲ ਜੁੜੀ ਖਬਰ ਹੈ। ਜਿਸ ਤਰ੍ਹਾਂ ਬਹੁਤ ਸਾਰੇ ਲੋਕ ਕੋਈ ਭਾਰਤ ਸਰਕਾਰ ਦਾ ਪੱਖ ਪੂਰ ਰਿਹਾ ਤੇ ਕੋਈ ਕਿਸਾਨੀ ਦਾ ਪੱਖ ਪੂਰ ਰਿਹਾ, ਤੇ ਆਹ ਖਬਰ ਮਿਲ ਰਹੀ ਹੈ ਕਿ ਜਿਹੜਾ ਇੰਡੀਆ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਚੱਲ ਰਿਹਾ, 72 ਦਿਨ ਬੀਤ ਚੁੱਕੇ ਨੇ।
ਹੁਣ ਤੱਕ ਸਰਕਾਰ ਅਤੇ ਕਿਸਾਨ ਇਸ ਮੁੱਦੇ ਤੇ ਸਹਿਮਤੀ ਬਣਾ ਨਹੀਂ ਸਕੇ। 11 ਮੀਟਿੰਗਾਂ ਆਪਸ ਦੇ ਵਿੱਚ ਹੋ ਚੁੱਕੀਆਂ ਨੇ। ਇਹ ਅੰਦੋਲਨ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਵਕਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੈਂ ਹੁਣੀ ਜ਼ਿਕਰ ਕਰ ਰਿਹਾ ਸੀ ਕਿ ਅਮਰੀਕੀ ਪੌਪ ਸਟਾਰ ਰਿਆਨਾ ਦੇ ਇੱਕ ਟਵੀਟ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਹਾਲੀਵੁੱਡ ਦੇ, ਬਾਲੀਵੁੱਡ ਦੇ, ਪੋਲੀਵੁੱਡ ਦੇ ਲਗਭਗ ਬਹੁਤ ਸਾਰੇ ਖਿਡਾਰੀ ਇਸ ਅੰਦੋਲਨ ਨੂੰ ਸਮਰਥਨ ਦੇਣ ਲੱਗੇ ਤੇ ਕੁਝ ਇਸ ਦੇ ਵਿਰੋਧ ਵਿੱਚ ਵੀ ਟਵੀਟ ਕਰਨ ਲੱਗੇ, ਕਿਉਂਕਿ ਹਰ ਇੱਕ ਬੰਦੇ ਦੀ ਆਪੋ ਆਪਣੀ ਵਿਚਾਰਧਾਰਾ ਹੈ। ਤੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਅਮਰੀਕਾ ਦੇ 3 ਸ਼ਹਿਰਾਂ ਦੇ ਮੇਅਰਾਂ ਨੇ ਇਸ ਅੰਦੋਲਨ ਦੀ ਹਮਾਇਤ ਕਰੀ ਹੈ। ਕੈਲੀਫੋਰਨੀਆ ਦੇ ਵਿੱਚ ਪੈਂਦਾ ਫ੍ਰਿਜ਼ਨੋ ਦੇ ਮੇਅਰ ਜੈਰੀ ਡਾਇਰ ਨੇ ਕਿਸਾਨ ਅੰਦੋਲਨ ਦੇ ਨਾਲ ਖੜੇ ਹੋਣ ਦੀ ਗੱਲ ਆਖੀ ਹੈ। ਉਹਨਾਂ ਨੇ ਆਪਣਾ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਉਸ ਦੇ ਵਿੱਚ ਕਿਹਾ ਕਿ ਜੋ ਤੁਸੀਂ ਅਨਿਆਂ ਦੇ ਵਿਰੁੱਧ ਖੜੇ ਹੋ ਤਾਂ ਅਸੀਂ ਅਮਰੀਕੀ ਵੀ ਤੁਹਾਡੇ ਨਾਲ ਖੜੇ ਹਾਂ, ਤੁਸੀਂ ਖੁਦ ਨੂੰ ਇਕੱਲੇ ਨਾ ਸਮਝਣਾ। ਇਸੇ ਤਰ੍ਹਾਂ ਮਸ਼ਹੂਰ ਅਮਰੀਕੀ ਖਿਡਾਰੀ ਜੂਜੂ ਸਮਿਥ ਦਾ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਇਹਦਾ ਸਮਰਥਨ ਵੀ ਕੀਤਾ ਤੇ $10,000 ਦੇਣ ਦੀ ਗੱਲ ਵੀ ਆਖੀ ਸੀ। ਫ੍ਰਿਜ਼ਨੋ ਦੇ ਮੇਅਰ ਤੋਂ ਪਹਿਲਾਂ ਐਲਕ ਗਰੋਵ ਦੀ ਪਹਿਲੀ ਵਾਰ ਬਣੀ ਮੇਅਰ ਸਿੱਖ ਬੀਬੀ ਬੌਬੀ ਸਿੰਘ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਪਣਾ ਬਿਆਨ ਦੇ ਚੁੱਕੀ ਹੈ। ਅਤੇ ਇਸੇ ਤਰੀਕੇ ਟਵਿੱਟਰ ਦੇ ਉੱਤੇ ਲਗਾਤਾਰ ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਕਿ ਕੁਝ ਲੋਕ ਵਿਰੋਧ ਤੇ ਬਹੁਤ ਸਾਰੇ ਲੋਕ ਹੱਕ ਦੇ ਵਿੱਚ ਨਿੱਤਰ ਰਹੇ ਨੇ। ਇਸੇ ਤਰ੍ਹਾਂ ਲੈਥਰੋਪ ਸ਼ਹਿਰ ਦੇ ਵਿੱਚ 5ਵੀਂ ਵਾਰ ਮੇਅਰ ਬਣੇ ਨੇ ਸੁਖਮਿੰਦਰ ਸਿੰਘ ਧਾਲੀਵਾਲ। ਉਹਨਾਂ ਨੇ ਵੀ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕੀਤੀ ਹੈ ਅਤੇ ਉਹ ਕਹਿੰਦੇ ਅਸੀਂ ਨਿੱਜੀ ਤੌਰ ਤੇ ਵੀ ਇਸ ਅੰਦੋਲਨ ਦੀ ਮਦਦ ਕਰ ਰਹੇ ਹਾਂ। ਕਹਿੰਦੇ ਆਉਣ ਵਾਲੇ ਸਮੇਂ ਵਿੱਚ ਵੀ ਵੱਡੀ ਗਿਣਤੀ ਵਿੱਚ ਹੋਰ ਵੀ ਵੱਡੀਆਂ ਅਮਰੀਕੀ ਸ਼ਖਸੀਅਤਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਵਿੱਚ, ਕਿਸਾਨਾਂ ਦੇ ਪੱਖ ਵਿੱਚ ਖੜਨ ਦਾ ਬਿਆਨ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਰਹਿਣ ਦੀ ਕਹਿੰਦੇ ਉਮੀਦ ਵੀ ਹੈ। ਸੋ ਹੁਣ ਜਿਸ ਤਰ੍ਹਾਂ ਇਸ ਮੇਅਰ ਵੱਖੋ ਵੱਖ ਸ਼ਹਿਰਾਂ ਦੇ ਮੇਅਰ ਇਸ ਅੰਦੋਲਨ ਦੇ ਹੱਕ ਵਿੱਚ ਨਿਬੜ ਰਹੇ ਨੇ, ਭੁਗਤ ਰਹੇ ਨੇ, ਅੱਜ ਸੰਸਦ ਦੇ ਵਿੱਚ ਗੂੰਜ ਪਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ। ਰਾਜ ਸਭਾ ਦੇ ਵਿੱਚ ਜਾਣਕਾਰੀ ਦਿੱਤੀ ਗਈ ਕਿ ਕੈਨੇਡਾ ਸਰਕਾਰ ਨੂੰ ਜਾਣੂ ਅਸੀਂ ਕਰਵਾ ਦਿੱਤਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਖੇਤੀ ਕਾਨੂੰਨਾਂ ਬਾਰੇ ਕੀਤੀ ਗਈ ਬਿਆਨਬਾਜ਼ੀ ਦੁਵੱਲੇ ਸੰਬੰਧਾਂ ਨੂੰ ਵਿਗਾੜ ਸਕਦੀ ਹੈ। ਵਿਦੇਸ਼ ਮਾਮਲਿਆਂ ਦੇ ਮੰਤਰੀ ਨੇ ਰਾਜ ਮੰਤਰੀ ਨੇ ਵੀ ਮੁਰਲੀਧਰਨ ਸਦਨ ਦੇ ਵਿੱਚ ਅਸਲ ਦੇ ਵਿੱਚ ਇੱਕ ਲਿਖਤੀ ਜਵਾਬ ਦਿੱਤਾ ਹੈ। ਰਾਜ ਸਭਾ ਦੇ ਵਿੱਚ ਸ਼ਿਵ ਸੈਨਾ ਦੇ ਮੈਂਬਰ ਨੇ ਅਨਿਲ ਦੇਸਾਈ ਨੇ ਟਰੂਡੋ ਦੇ ਬਿਆਨ ਦੇ ਬਾਬਤ ਸਰਕਾਰ ਦੇ ਕੋਲੋਂ ਜਵਾਬ ਮੰਗਿਆ ਸੀ ਕਿ ਕੀ ਸਰਕਾਰ ਨੂੰ ਜਾਣਕਾਰੀ ਇਸ ਗੱਲ ਦੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਸੰਸਦ ਦੇ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਦੇ ਉੱਤੇ ਟਿੱਪਣੀ ਕੀਤੀ। ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਹੈ। ਕੀ ਸਰਕਾਰ ਇਸ ਨੂੰ ਗੈਰ ਜ਼ਰੂਰੀ ਅਤੇ ਗੈਰ ਵਾਜਬ ਸਮਝਦੀ ਹੈ? ਜੇ ਸਮਝਦੀ ਹੈ ਤਾਂ ਫਿਰ ਕੀ ਕੈਨੇਡਾ ਸਰਕਾਰ ਕੋਲ ਇਸ ਦਾ ਰੋਸ ਜ਼ਾਹਰ ਕੀਤਾ ਗਿਆ? ਤੇ ਫਿਰ ਕੀ ਜੇਕਰ ਤੁਸੀਂ ਰੋਸ ਜ਼ਾਹਰ ਕੀਤਾ ਤਾਂ ਕੀ ਕੈਨੇਡਾ ਸਰਕਾਰ ਨੇ ਇਸ ਦਾ ਕੋਈ ਜਵਾਬ ਦਿੱਤਾ? ਇਸ ਸਵਾਲ ਦੇ ਜਵਾਬ ਦੇ ਵਿੱਚ ਮੰਤਰੀ ਮੁਰਲੀਧਰ ਨੇ ਕਿਹਾ ਕਿ ਸਰਕਾਰ ਨੂੰ ਇਹਨਾਂ ਬਿਆਨਾਂ ਦੇ ਬਾਰੇ ਪਤਾ ਵੀ ਹੈ। ਓਟਵਾ ਤੇ ਨਵੀਂ ਦਿੱਲੀ ਵਿਚਕਾਰ ਕੈਨੇਡਾ ਦੀ ਅਥਾਰਟੀ ਕੋਲ ਰੋਸ ਵੀ ਪ੍ਰਗਟਾਇਆ ਗਿਆ। ਉਹਨਾਂ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਨੇ ਦੱਸ ਦਿੱਤਾ ਸੀ ਕਿ ਇਹ ਟਿੱਪਣੀਆਂ ਭਾਰਤ ਦੇ ਅਤੇ ਕੈਨੇਡਾ ਦੇ ਅੰਦਰੂਨੀ ਜਿਹੜੇ ਸੰਬੰਧ ਨੇ, ਜਿਹੜੇ ਆਪਸ ਦੇ ਵਿੱਚ ਚੰਗੇ ਸੰਬੰਧ ਨੇ, ਰਿਸ਼ਤੇ ਨਾਤੇ ਨੇ, ਉਹਨਾਂ ਵਿੱਚ ਵਿਗਾੜ ਪੈਦਾ ਕਰ ਸਕਦੇ ਆ, ਕਿਉਂਕਿ ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਸਿੱਧਾ ਦਖਲ ਹੈ ਤੇ ਗੈਰ ਵਾਜਬ ਹੈ। ਇਹ ਬਰਦਾਸ਼ਤ ਤੋਂ ਬਾਹਰ ਹੈ। ਸੋ ਇਸ ਤੋਂ ਬਾਅਦ ਜਿਹੜੀ ਸਵਾਲ ਦਾ ਜਵਾਬ ਮੰਗਿਆ ਗਿਆ ਸੀ ਰਾਜ ਸਭਾ ਦੇ ਵਿੱਚ, ਉਹ ਕਹਿੰਦੇ ਮੈਨੂੰ ਲੱਗਦਾ ਕਿ ਤੁਹਾਡੇ ਸਵਾਲ ਦਾ ਜਵਾਬ ਸਹੀ ਤੁਹਾਨੂੰ ਮਿਲ ਗਿਆ ਹੋਵੇਗਾ। ਹੁਣ ਇਕੱਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਹੀਂ, ਕੁਝ ਇੱਕ ਮੁਲਕਾਂ ਦੇ ਹੋਰ ਲੀਡਰ ਵੀ, ਭਾਵੇਂ ਉਹ ਲੋਕਲ ਪੱਧਰ ਦੇ ਨੇ, ਭਾਵੇਂ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰਨ ਵਾਲੇ ਖਿਡਾਰੀ ਨੇ ਤੇ ਭਾਵੇਂ ਉਹ ਸਟਾਰ ਨੇ, ਉਹ ਆਪੋ ਆਪਣੇ ਪੱਧਰ ਦੇ ਨਾਲ ਇਸ ਉੱਤੇ ਪ੍ਰਤੀਕਿਰਿਆ ਦੇ ਰਹੇ ਨੇ। ਸੋ ਹੁਣ ਵੇਖਦੇ ਹਾਂ ਕਿ ਕੀ ਸੱਚਮੁੱਚ ਕੈਨੇਡਾ ਤੇ ਭਾਰਤ ਦੇ ਸਬੰਧ ਇਹਦੇ ਨਾਲ ਪ੍ਰਭਾਵਿਤ ਹੁੰਦੇ ਨੇ। ਪਰ ਉਸ ਦਿਨ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਕਿਹਾ ਸੀ ਕਿ ਜਦੋਂ ਮੈਨੂੰ ਪੁੱਛਿਆ ਗਿਆ ਕਿ ਜਿਹੜੇ ਭਾਰਤ ਦੇ ਵਿੱਚ ਕਿਸਾਨ ਇਸ ਵਕਤ ਪ੍ਰਭਾਵਿਤ ਹੋ ਰਹੇ ਨੇ, ਜਿਹੜੇ ਅੰਦੋਲਨ ਕਰ ਰਹੇ ਨੇ, ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਰੋਸ ਰੈਲੀਆਂ ਮੁਜ਼ਾਹਰੇ ਕਰਨਾ ਲੋਕਤੰਤਰਿਕ ਹੱਕ ਹੈ। ਹੁਣ ਖਬਰਾਂ ਮਿਲੀਆਂ ਸੀ ਕਿ 1 ਲੱਖ ਤੋਂ ਵੱਧ ਲੋਕਾਂ ਨੇ ਇੱਕ ਪਟੀਸ਼ਨ ਦੇ ਉੱਤੇ ਸਾਈਨ ਕੀਤੇ ਨੇ ਤੇ ਈ ਪਟੀਸ਼ਨ ਹੈ। ਬਰਤਾਨੀਆ ਦੀ ਸੰਸਦ ਦੇ ਵਿੱਚ ਇਸ ਮਹੀਨੇ ਦੇ ਅਖੀਰ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਉੱਤੇ ਚਰਚਾ ਕੀਤੀ ਜਾ ਸਕਦੀ ਹੈ। ਵੇਖਦੇ ਹਾਂ
जिस तरह कैनेडियन प्रधानमंत्री जस्टिन टरूडो के उत्ते नाराज़गी है कि की फिर बरतानिया के उत्ते भी नाराज़गी प्रगटाई जाएगी या नहीं। पहला बरतानिया दे विचों एक संस्था ने चिट्ठी लिखी सी प्रधानमंत्री नरेंद्र मोदी होरां दी माता जी नूं, ते हुण खबर मिल रही है कि एक किसान ने लिखी है। जिहड़े तिन्ने ही कानून ये पास किए गए ने उन्हों रद्द करवाउण दे लई भारत के किसान बीते कई महीनों तो दिल्ली विच ते पंजाब दे विच अपने धरने मार रहे हैं, पर हाले तक गल कोई नहीं मिली। इस मसले का हल निकलदा हाले कोई नज़र आ नहीं रहा। इसे दौरान पता लग्या कि गुरु हरसहाय दे नाल लगदा पिंड गोलू का मोड़, उत्थों का हरप्रीत सिंह नां दा एक किसान, इस किसान ने हरप्रीत ने प्रधानमंत्री नरेंद्र मोदी की माता जी हीराबेन मोदी नूं बड़े भरे मन दे नाल एक चिट्ठी लिखी है, जिस दे विच हरप्रीत ने लिखिया है कि देश अते दुनिया का ढिड भरन वाले अन्नदाता तिन्ने ही काले कानूनों नूं रद्द करवाउण लई कड़ाके की सर्दी विच दिल्ली दीआं सड़कां ते सौण वास्ते मजबूर ने, जिस विच 90-95 साल तक के बजुर्ग, छोटे छोटे बच्चे अते बीबियां दे नाल नौजवान भी शामिल ने। इस कड़ाके की ठंड विच कई लोग शहीद हो चुके हैं, कई लोग बीमार होए पे है। ये अंदोलन पूरे देश का अंदोलन बन चुका है, जो कि किसानों नूं बिल्कुल भी हुण मंजूर नहीं। ये बिलों नूं रद्द करना चाहिए है। इस अंदोलन नूं सरकार अते कुछ मीडिया वालों अतवादी, खालिस्तानी अते टुकड़े टुकड़े गैंग आख्या जा रहा है, जिस नाल मेरे मन नूं बहुत दुख लग्या है। इस चिट्ठी विच ये जरूर कहना चाहुंदा है कि जिस देश विच असीं आज़ादी का साह लै रहे हैं, जिस देश की आज़ादी विच 90% शहीद पंजाबी होए होण, इस बदले पंजाबियों नूं देश तो कदे कुछ पंजाबियों ने मंगिया नहीं। वो कहते शहीद करतार सिंह सराभा जो कि सिर्फ 19 साल की उम्र लई 19 साल की उम्र विच भारत वास्ते कुर्बानी दे गए होण, वो भी एक पंजाबी सी, वो भी एक किसान के पुत्र सन। ये पत्र मैं बड़ी आस नाल लिख रहा हाँ कि तुहाडा पुत्र नरेंद्र मोदी जो भारत के प्रधानमंत्री ने, उन्होंने जिहड़े काले कानून किसानां लई पास कीते ने वो कानून जल्द वापस लैण। मैनूं ये लग्या कि कोई आदमी किसी नूं भी मना कर सकता है, पर अपनी मां नूं नहीं, क्योंकि साडे देश के लोग मां नूं रब दा दर्जा दिंदे ने। माता जी साडे देश के प्रधानमंत्री तुहाडे पुत्र हन। मैनूं लगा कि श्री नरेंद्र मोदी जी तुहाडा कहना कदी नहीं मोड़नगे। मैनूं पूरी उम्मीद है कि तुसीं अपने पुत्र नूं इह गल कह के कि जिहड़े भी 3 काले कानून पास कीते ने उसनूं वापस कराओगे। पूरा देश तुहाडा धन्नवाद करेगा। माता जी मां अपने बच्चों का कंन फड़ के हुक्म दे सकती है। जेकर ये 3 काले कानून वापस होंदे ने तां इह जित पूरे देश की होवेगी, हारेगा कोई भी नहीं। आ एक पूरी चिट्ठी जिहड़ी मैं तुहानूं पढ़ के सुणाई है, हरप्रीत सिंह नां दे एक किसान ने नरेंद्र मोदी होरां दे माता जी नूं लिखी है। हुण ये चिट्ठी उन्हां कोल पहुँचदी है कि उन्हां दे माता जी कोई अपने पुत्र नूं संदेश दे सकदी है, जां नरेंद्र मोदी उन्हां दे इस जे वो कुछ कहणगे उस गल नूं मनदे है। ये हाले आउण वाला समा दसेगा, पर ये उन्हां दे नाम प्रधानमंत्री मोदी की माता के नाम दूसरा खत है। पहला कई महीने पहला खत लिखिया गया सी, ਉਹਦੀ हले कोई उग सुग नहीं निकली कि कुछ इन्हां दी आपस दे विच मां ते पुੱਤ की गल होई जां नहीं। पर वेखदे हां कि इस चिट्ठी का कोई असर हुंदा है जां नहीं। हुण दूसरे पासे पंजाब दे विच चोणां ने। बहुत सारे लोग इस वक्त जिस तरह अज सवेर के प्रोग्राम में जिक्र किया सी कि एक पासे अकाली एक पासे कांग्रेसीए लगे हुए ने बाहां कढ़ कढ़ के गल्लां बातां करन वोटरां नूं भरमाउण दे वास्ते। पर हुण कुछ एक लोक सुहिरद नौजवान इसका विरोध अपने तरीके नाल कर रहे हैं, जिथे पार्टियां अपने उम्मीदवारों के हक में प्रचार कर रही ने। दूसरे पासे खबर मिली है कि एक नौजवान का नाम है अर्श गिल। अर्श गिल उमरीआणा नवेकले ढंग के नाल एक बोर्ड लैके खड़िया सी ते आम जनता नूं नगर कौंसल चोणां दा बाईकाट करन वास्ते आख रहा सी। सारा दिन वो कोट ईसे खां दे मेन चौंक दे विच खड़ा लोकां नूं नज़र आया, जिस दे विच किसान दिल्ली बैठे ने हक्कां वास्ते ते तुसीं चौधरा भालदे हो, शर्म करो। ये बैनर लिख के वो एक चौंक दे विच खड़ के लोकां नूं चोणां दा बाईकाट करन दा सुनेहा दे रहा सी। अर्श गिल ने कहा कि वो एक आम इंसान है, किसानां दे नाल है, किसानां दे हक विच अपने तरीके नाल प्रचार कर रहा है। उसने कहा कि वो दिल्ली बैठे किसानां दे हक्कां लई
ਸਾਰੇ ਲੋਕਾਂ ਨੂੰ ਨਗਰ ਕੌਂਸਲ ਚੋਣਾਂ ਦਾ ਬਾਈਕਾਟ ਕਰਨ ਦਾ ਸੁਨੇਹਾ ਦੇ ਰਿਹਾ ਹੈ ਤੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਇਹ ਇਕੱਲਾ ਨੌਜਵਾਨ ਨਹੀਂ, ਇਹਨੇ ਖੈਰ ਆਪਣੇ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਗੱਲ ਕੀਤੀ ਹੈ, ਪਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਪਹਿਲਾਂ ਹੀ ਇਸ ਤਰ੍ਹਾਂ ਦੇ ਬੋਰਡ ਲੱਗ ਚੁੱਕੇ ਹੈ ਕਿ ਸਾਡੇ ਦਰਵਾਜ਼ੇ ਤੇ ਕੋਈ ਵੀ ਪਾਰਟੀ ਵਾਲਾ, ਖਾਸ ਕਰਕੇ ਭਾਜਪਾ ਵਾਲਾ, ਵੋਟ ਮੰਗਣ ਨਾ ਆਵੇ ਜਿੰਨੀ ਦੇਰ ਤੱਕ ਕਿਸਾਨੀ ਮਸਲਿਆਂ ਦਾ ਹੱਲ ਨਹੀਂ ਕੀਤਾ ਜਾਂਦਾ। ਤੇ ਹੁਣ ਇਹ ਤਿੰਨੇ ਕਾਨੂੰਨ ਭਾਜਪਾ ਵਾਸਤੇ ਮੁਸੀਬਤ ਕਿਵੇਂ ਬਣੇ ਨੇ, ਇਹ ਤੁਹਾਨੂੰ ਹੁਣ ਜਿਵੇਂ ਕਹਿੰਦੇ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ। ਪੰਜਾਬ ਦੇ ਵਿੱਚ ਚੋਣਾਂ ਨੇ, ਨਗਰ ਕੌਂਸਲ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੂੰ ਕਾਫੀ ਮੁਸ਼ਕਲਾਂ ਦਾ ਇਸ ਵਕਤ ਸਾਹਮਣਾ ਕਰਨਾ ਪੈ ਰਿਹਾ ਹੈ। ਉਹਦਾ ਕਾਰਨ ਕੀ ਹੈ? ਕਿਉਂਕਿ ਇਹ ਨਗਰ ਨਿਗਮ ਦੀਆਂ ਚੋਣਾਂ 14 ਫਰਵਰੀ ਨੂੰ ਹੋਣੀਆਂ ਨੇ। 9 ਨਗਰ ਨਿਗਮ ਨੇ, 109 ਨਗਰ ਕੌਂਸਲਾਂ ਨੇ ਅਤੇ ਨਗਰ ਪੰਚਾਇਤਾਂ ਦੇ 2300 ਵਾਰਡਾਂ ਵਿੱਚ ਭਾਜਪਾ ਦੇ ਸਿਰਫ 670 ਉਮੀਦਵਾਰ ਖੜੇ ਹੋਏ ਆ। ਤੁਸੀਂ ਦੇਖੋ ਕਿ ਜਿਹੜੀ ਪਾਰਟੀ ਆਪਣੇ ਆਪ ਨੂੰ ਵੱਡੀ ਪਾਰਟੀ ਖੜਦੀ ਆ, ਉਮੀਦਵਾਰ ਸਿਰਫ 670। ਜੇਕਰ ਸੱਤਾਧਾਰੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਵੱਲੋਂ ਚੋਣਾਂ ਦੇ ਵਿੱਚ 1652 ਉਮੀਦਵਾਰ ਮੈਦਾਨ 'ਚ ਉਤਾਰੇ ਗਏ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ 1526, ਆਮ ਆਦਮੀ ਪਾਰਟੀ ਵੱਲੋਂ 1155, ਬਸਪਾ ਵੱਲੋਂ 102 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ। ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਭਾਜਪਾ ਨੇ 29% ਸੀਟਾਂ ਤੇ ਉਮੀਦਵਾਰ ਖੜੇ ਕੀਤੇ। ਤੁਸੀਂ ਹਿਸਾਬ ਲਾ ਲਓ, ਸਿਰਫ 29% ਸੀਟਾਂ ਤੇ ਉਮੀਦਵਾਰ ਖੜੇ ਕਰ ਸਕੀ ਹੈ ਭਾਜਪਾ। ਬਾਕੀਆਂ ਥਾਵਾਂ ਤੋਂ ਬਹੁਤੇ ਲੋਕਾਂ ਨੇ ਚੋਣ ਨਾ ਲੜਨ ਨੂੰ ਤਰਜੀਹ ਦਿੱਤੀ ਹੈ। ਤੇ ਨਾਲ ਹੀ ਇਹ ਵੀ ਪਤਾ ਲੱਗ ਰਿਹਾ ਹੈ ਕਿ ਕੁਝ ਇੱਕ ਲੋਕਾਂ ਨੇ ਭਾਜਪਾ ਵੱਲੋਂ ਟਿਕਟ ਤਾਂ ਲੈ ਲਈ, ਪਰ ਜਿਹੜੀ ਚੋਣ ਲੜ ਰਹੇ ਨੇ ਉਹ ਭਾਜਪਾ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਰਹੇ ਤਾਂ ਕਿ ਲੋਕ ਕਿਤੇ ਹੋਰ ਗੁੱਸਾ ਨਾ ਕੱਢਣ। ਪਰ ਹੁਣ ਪੰਜਾਬ ਭਾਜਪਾ ਦੇ ਸਕੱਤਰ ਨੇ ਆਖਿਆ ਕਿ ਜਿਹੜੇ ਲੋਕ ਭਾਜਪਾ ਵੱਲੋਂ ਚੋਣ ਤਾਂ ਲੜ ਰਹੇ ਨੇ ਪਰ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜ ਰਹੇ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਚੋਣ ਕਮਿਸ਼ਨ ਦੇ ਮੁਤਾਬਕ ਭਾਜਪਾ 29%, ਕਾਂਗਰਸ 72% ਸੀਟਾਂ ਤੇ ਚੋਣ ਲੜ ਰਹੀ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ 66% ਤੇ ਆਮ ਆਦਮੀ ਪਾਰਟੀ 49% ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਚੁੱਕੀ ਆਪੋ ਆਪਣੇ ਉਮੀਦਵਾਰ। ਹੁਣ ਭਾਜਪਾ ਦੇ ਖਿਲਾਫ ਗੁੱਸੇ ਦੀ ਲਹਿਰ ਹੈ। ਤੁਸੀਂ ਦੇਖੋ ਕਿ ਇੱਥੋਂ ਪਤਾ ਲੱਗਦਾ ਹੈ ਕਿ ਸਾਰਿਆਂ ਥਾਵਾਂ ਤੋਂ ਉਹਨਾਂ ਨੂੰ ਉਮੀਦਵਾਰ ਨਹੀਂ ਲੱਭੇ। ਹਾਲਾਂਕਿ ਇਹ ਇਸ ਵਕਤ ਉਹਨਾਂ ਵਾਸਤੇ ਬਹੁਤ ਵੱਡਾ ਇਮਤਿਹਾਨ ਸੀ, ਕਿਉਂਕਿ ਪਹਿਲੀ ਚੋਣ ਲੜੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਵੱਖਰੇ ਹੋ ਕੇ। ਹੁਣ ਵੇਖਣਾ ਹੋਏਗਾ ਕਿ ਕੀ 29% ਜਿਹੜੇ ਥਾਵਾਂ ਤੇ ਉਮੀਦਵਾਰ ਉਹਨਾਂ ਨੇ ਖੜੇ ਕੀਤੇ ਹੈ ਉਹਨਾਂ ਵਿੱਚੋਂ ਜਿੱਤ ਕਿੰਨੀ ਦਰਜ ਕਰਦੇ ਹੈ। 14 ਫਰਵਰੀ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਇਹਦੇ ਵਿੱਚ ਕੁੱਲ 39,15,000 ਤੇ 280 ਵੋਟਰ ਹਿੱਸਾ ਲੈਣਗੇ। ਇਹਨਾਂ ਵੋਟਰਾਂ ਦੇ ਵਿੱਚ 20,49,777 ਆਦਮੀ ਨੇ, 18,65,354 ਬੀਬੀਆਂ ਨੇ, 149 ਟਰਾਂਸਜੈਂਡਰ ਸ਼ਾਮਲ ਦੱਸੇ ਜਾ ਰਹੇ ਹਨ। ਵੇਖਾਂਗੇ ਕਿ 14 ਤਰੀਕ ਨੂੰ ਪੈਣ ਵਾਲੀਆਂ ਇਹਨਾਂ ਵੋਟਾਂ ਦੇ ਵਿੱਚ ਲੋਕ ਕਿਹੜੀ ਪਾਰਟੀ ਦੇ ਹੱਕ ਵਿੱਚ ਵੋਟ ਫਤਵਾ ਦਿੰਦੇ ਆ। ਤੇ ਅਗਲੀ ਗੱਲ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇੱਕ ਭਾਰਤ ਦੇ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ। ਉਹਨਾਂ ਨੇ ਟਵੀਟ ਕੀਤਾ ਤੇ ਟਵੀਟ ਦੇ ਵਿੱਚ ਅਪੀਲ ਕੀਤੀ ਹੈ ਕਿ ਅੱਜ ਰਾਜ ਸਭਾ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਜਿਹੜਾ ਭਾਸ਼ਣ ਦਿੱਤਾ ਹੈ ਉਹਨੂੰ ਜ਼ਰੂਰ ਸੁਣਿਆ ਜਾਵੇ। ਨਰਿੰਦਰ ਮੋਦੀ ਹੋਰਾਂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨੇ ਰਾਜ ਸਭਾ ਦੇ ਵਿੱਚ ਖੇਤੀ ਸੁਧਾਰ ਕਾਨੂੰਨਾਂ ਨਾਲ ਜੁੜੇ ਹਰੇਕ ਪਹਿਲੂ ਨੂੰ ਲੈ ਕੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਉਹ ਕਹਿੰਦੇ ਮੇਰੀ ਨਿਮਰਤਾ ਸਹਿਤ ਅਪੀਲ ਹੈ ਕਿ ਇਹ ਭਾਸ਼ਣ ਜ਼ਰੂਰ ਸੁਣਿਆ ਜਾਵੇ। ਜਦੋਂ ਉਹਨਾਂ ਨੇ ਟਵੀਟ ਕੀਤਾ, ਟਵੀਟ ਦੇ ਨਾਲ YouTube ਦਾ ਲਿੰਕ ਵੀ ਉਹਨਾਂ ਨੇ ਸ਼ੇਅਰ ਕੀਤਾ। ਦੱਸਣਾ ਬਣਦਾ ਕਿ ਜਿਹੜੇ ਕੇਂਦਰ ਦੇ ਵੱਲੋਂ ਤਿੰਨੇ ਖੇਤੀ ਕਾਨੂੰਨ ਲਿਆਂਦੇ ਗਏ ਹੈ, ਸ਼ੁੱਕਰਵਾਰ ਨੂੰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਰਾਜ ਸਭਾ ਦੇ ਵਿੱਚ ਆਪਣੀਆਂ ਗੱਲਾਂ ਵਿਸਥਾਰ ਨਾਲ ਉਹਦੇ ਮੁਤਲਕ ਆਖੀਆਂ। ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਲਗਾਤਾਰ ਕਿਸਾਨਾਂ ਨਾਲ ਗੱਲ ਕਰਨ ਦੇ ਵਿੱਚ ਲੱਗੀ ਹੋਈ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਦੌਰਾਨ ਵਿਰੋਧੀ ਨੇ ਨਾ ਜਿਹੜੇ ਇਹ ਗੱਲ ਕਿਸੇ ਤਣ ਪੱਤਣ ਨਹੀਂ ਲੱਗਣ ਦੇ ਰਹੇ, ਭਾਵ ਉਹਨਾਂ ਨੇ ਵਿਰੋਧੀਆਂ ਤੇ ਜੰਮ ਕੇ ਨਿਸ਼ਾਨਾ ਵਿੰਨਿਆ, ਜੰਮ ਕੇ ਵਰੇ। ਇਸ ਦੇ ਨਾਲ ਹੀ ਰਾਜ ਸਭਾ ਦੇ ਵਿੱਚ ਖੇਤੀ ਸੁਧਾਰ ਕਾਨੂੰਨਾਂ ਦੇ ਨਾਲ ਜੁੜੇ ਹਰੇਕ ਪਹਿਲੂ ਨੂੰ ਲੈ ਕੇ ਉਹਨਾਂ ਨੇ ਵਿਸਥਾਰ ਨਾਲ ਗੱਲਬਾਤ ਕੀਤੀ। ਹੁਣ ਉਹ ਕਹਿੰਦੇ ਜਿਹੜੇ ਵਿਰੋਧੀ ਨੇ ਉਹ ਕਮੀਆਂ ਤਾਂ ਦੱਸਣ ਕੋਈ। ਕਹਿੰਦੇ ਨਵੇਂ ਖੇਤੀ ਕਾਨੂੰਨਾਂ ਦੀ ਹਮਾਇਤ ਕਰ ਰਹੇ ਹਾਂ, ਅਸੀਂ ਦੱਸ ਰਹੇ ਹਾਂ, ਪਰ ਕਹਿੰਦੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਕਾਨੂੰਨਾਂ ਦੇ ਵਿੱਚ ਅਸੀਂ ਸੋਧਾਂ ਦੀ ਪੇਸ਼ਕਸ਼ ਵੀ ਦਿੱਤੀ। ਕਹਿੰਦੇ ਪਰ ਤੋਮਰ ਕਹਿੰਦੇ ਇਹਦਾ ਮਤਲਬ ਇਹ ਨਹੀਂ
कि इन्हां कानूनां दे विच कोई खामियां ने। मैं सारा ये जिहड़ा बयान है ना, मैं नरिंदर तोमर होरां दा पढ़ के सुणा रहा। वो कहंदे जे असीं सोधां दी गल आखीए इहदा मतलब हरगिज़ विरोधी जां किसान ये ना लैण कि कानूनां दे विच कोई खामियां ने। मुजाहरा कर रही कोई भी जथेबंदी जां उन्हां दे हमायती हाले तक इन्हां विच कोई खामी दस नहीं सके। ये नरिंदर तोमर होरां ने कहा है। विरोधी धिर दे इस दावे ते कि भारत भर दे किसान खेती कानूनां दा विरोध कर रहे हैं, उसके जवाब दे विच उन्हां ने कहा कि सिर्फ एक ही सूबे के किसानों नूं भड़काया जा रहा है। कांग्रेस वालों हालिया जारी एक बुकलेट का हवाला देंदे हुए खेतीबाड़ी मंत्री तोमर ये कहते हुए पार्टी नूं लंबे हत्थी लै रहे सी कि दुनिया जानती है कि पानी नाल खेती होंदी है, खून नाल खेती सिर्फ कांग्रेस कर सकती है, भाजपा खून नाल खेती नहीं कर सकती। ये गल नरिंदर सिंह तोमर होरां ने आखी। हुण तिन्ने कानूनां दा जिहड़ा मामला भख रहा है, इस भख दे मुद्दे नूं सीनियर मंत्री ने कहा कि विरोधी पार्टियां सरकार की आलोचना कर रही ने, तिन्ने कानूनों नूं काला कानून दस रही ने। उन्होंने कहा कि मैं 2 महीनों तो किसान जथेबंदियों नूं लगातार कहता आ रहा कि ये तो दसो कि इन्हां कानूनों विच काला की है, दसो तां जो मैं इन्हां विच सोध कर सकां। पर मैं कोई जवाब उन्हां कोलों कहंदे लै नहीं सकिया। ये नरिंदर सिंह तोमर होरां दीयां गल्लां मैं दस रहा तुहानूं। नाल ही वो कहंदे ना ही कोई अजिही कोई व्यवस्था दस सके ने कि जिहड़ी किसानां दे खिलाफ होवे। तोमर ने यह भी कहा कि सरकार किसानां दी भलाई लई वचनबद्ध है अते वो घट्टो घट्ट समर्थन मुल अते मंडी सिस्टम नूं जारी रखण वास्ते वचनबद्ध है। कानूनां दे तहत किसान मंडी तो इलावा बाहर भी अपनी फसल वेच सकणगे, अजिही फसल ते कोई टैक्स भी नहीं लगेगा। उन्होंने यह भी कहा कि यह अंदोलन सूबा सरकारां वालों मंडियां विच लए जा रहे टैक्स के खिलाफ होना चाहिए सी, पर हैरानी की गल है कि यह टैक्स सिस्टम खत्म करने के खिलाफ किया जा रहा है। उन्होंने यह भी कहा कि कॉन्ट्रैक्ट फार्मिंग ते केंद्री कानून किसानों नूं फसल की विक्री ते टैक्स तो मुक्त करता है ते उन्हां नूं यह अधिकार दिंदा है कि वह व्यापारियों नाल कीते समझौते खत्म कर सकते हैं। जबकि पंजाब कॉन्ट्रैक्ट कानून के तहत समझौते की उलंघना करते किसान नूं 5 साल की कैद जां 5 लाख रुपए के जुर्माने की व्यवस्था है। तोमर ने कहा कि मैं किसानां खास तौर पर पंजाब के किसानों नूं पुछना चाहुंदा है कि की अंदोलन उन्हां खिलाफ होना चाहिए है जिहड़े तुहाडे ते टैक्स लाउंदे है जां उन्हां खिलाफ जिहड़े तुहानूं टैक्स तो मुक्त करते हैं। कहने देश में उल्टी गंगा बह रही है। खेती व्यापार ते कानून का जिक्र करते हुए उन्होंने कहा कि इसके तहत किसान मंडियां के बाहर अपनी पैदावार बेच सकता है अते इस ते कोई केंद्री जां सूबाई टैक्स नहीं होगा। उन्होंने सदन नूं सूचित किया कि APMC मंडियां च व्यापार ते सूबाई टैक्स लगता है, केंद्री कानून के तहत मंडियां के बाहर पैदावार वेचण ते कोई टैक्स नहीं लगेगा। उन्होंने कहा कि NDA सरकार अते प्रधानमंत्री नरेंद्र मोदी की लीडरशिप किसानों की भलाई लई वचनबद्ध है। सरकार ने किसानों का सन्मान करते हुए कई बार उन्होंने नाल गलबात की। उन्होंने पूछा कि वह उन्होंने मदां बारे दस्सण जिन्हां ते उन्होंने इतराज़ है तां जो सरकार उन्हां विच सोध कर सके। असीं उन्होंने कहा कि APMC सिस्टम जारी रहेगा। असीं उन्होंने कुछ तजवीज़ां दित्तियां, इस दे नाल ही असीं उन्होंने कहा कि जेकर सरकार सोधां लई तैयार है तां इसका मतलब ये ना कढो कि कानून विच खामियां ने। इसके बावजूद कहते किसान अंदोलन कर रहे हैं। एक सूबे के किसानों को गलत सूचनावां दित्तियां जा रही ने। जदों विरोधी धिर यह कहने की कोशिश की कि यह अंदोलन एक सूबे तक सीमित नहीं है, तो तोमर ने कहा कि यह एक सूबे का ही मामला है। उन्होंने कहा कि किसानों को भड़काया गया, इन्हां कानूनों नाल उन्हां दीयां ज़मीनां खोह लईआं जाणगीआं। मैनूं कॉन्ट्रैक्ट कानून दे विच अजिही एक मद दस दिओ जिस नाल व्यापारी किसान की जमीन खोह लवेगा, पर लोगों को भड़काया गया है कि उन्हां दी जमीन खोही जाएगी। उन्होंने कहा कि सरकार किसानों की आमदन दुगनी करने की कोशिश कर रही है। आ सारियां गल्लां नरिंदर सिंह तोमर होरां ने राज सभा विच आखियां ने। जिन्नियां गल्लां आखियां ने उहदा वीडियो लिंक प्रधानमंत्री मोदी होरां ने शेयर किया। हुण इत्थे कई खदशे ने, इहदे उत्ते कई टिप्पणियां ने कि जेकर कानून दे विच कोई खामी नहीं फिर सोधां क्यों? जेकर कानून वाकई उन्हां दी आमदन दुगनी करदा है, कि फिर 11 मीटिंगां दे विच तुसीं किसान आगूआं नूं समझा नहीं सके कि तुहाडी आमदन दुगनी हो जानी है?
फिर जे तुसी कहने हो कि सिर्फ एक सूबे तक ये अंदोलन सीमित है, कि हुण पंजाब ते हरियाणे की बाउंडरी चक दी गई है, कि पंजाब यूपी विच भी चला गया, कि पंजाब उत्तराखंड महाराष्ट्र तक जा पुज्या है। देखो ये जिहड़ियां टिप्पणियां कीतियां ने इहदे उत्ते तुसी खुद टिप्पणी करके दस्सिओ कि जिहड़ा ये अंदोलन चल रहा है उन्होंने राज सभा दे विच जिम्मेवारी नाल आखिया कि सिर्फ ते सिर्फ एक सूबे तक सीमित है। विरोधी धਿਰ ने पूछा कि एक सूबे तक किवें, वो कहंदे सिर्फ एक सूबे दे लोग उठे, बाकी तो वैसे नाल ने उन्हां दे। हुण तुसीं इस गल ते टिप्पणी करियो कि हाले भी सरकार ने अज ही राज सभा दे विच आख्या कि एक सूबे तक सीमित है। इस कानून नूं काला कानून ना कोई किसान जथेबंदी दस सकी ना विरोधी दस सके है कि इस गल दे नाल तुसीं सहमत हो, क्योंकि ये सारा बयान नरेंद्र तोमर होरां दा सी, जिस नूं सुणन दे वास्ते प्रधानमंत्री मोदी होरां ने आख्या है। पर जेकर सिर्फ एक सूबे तक सीमित है, फिर चक्का सारे भारत च जाम क्यों हो रहा है? क्योंकि संयुक्त किसान मोर्चे दे वल्लों अज 6 फरवरी लई मुल्क व्यापी चक्का जाम का सद्दा दिता होया है। इस सद्दे के मद्देनज़र दिल्ली दीयां सरहदां ते इस चल रहे किसान अंदोलन के नेड़े होर सुरक्षा वधा दी है। सुरक्षा बलों की तैनाती होर कर दी गई है। बहु परती बैरीकेडिंग तो इलावा कंडियालियां तारां विछा दित्तियां गईयां ने, सड़कों ते किल्लां वालियां लोहे दीयां प्लेटां जड़ दित्तियां गईयां ने। इस तो पहलां दिल्ली के पुलिस कमिश्नर SN श्रीवास्तवा ने पुलिस के सिखरले ते आला अधिकारियों के नाल मिल के सुरक्षा प्रबंधों का जायजा भी लिया। पुलिस वालों सोशल मीडिया ते पाए विषय वस्तु ते खास तौर पर नज़र भी रखी जा रही है। सो अज तजवीज़त चक्का जाम लई कीते सुरक्षा प्रबंधों का वेरवा दिंदिआं दिल्ली पुलिस के PRO चिन्मोय विसवाल ने दस्सिया कि 26 जनवरी को हुई हिंसा के मद्देनज़र दिल्ली पुलिस के वलों बॉर्डरां दे उत्ते सुरक्षा के ढुकवें प्रबंध किए गए हैं। दिल्ली के बॉर्डरां ते इंटरनेट सेवावां बंद करन, बिजली पानी कट्टण का विरोध अते गिरफ्तार किसानां की रिहाई वास्ते संयुक्त किसान मोर्चे की अगवाई के हेठ 6 फरवरी का मुल्क व्यापी बंद चक्का जाम दोपहर 12 तो 3 बजे तक दिता होया सी। ये चक्का जाम किसी भी कौमी अते राजमार्ग के उपर किया जाएगा, पर एमरजेंसी एंबूलेंस अते स्कूल बसां ते होर लाजमी सेवावां नाल जुड़ियां गड्डियां नूं नहीं रोकिया जाएगा। इहदे नाल दिल्ली, यूपी, उत्तराखंड तिन्नां ही थावां ते चक्का जाम नहीं किया जाएगा। भारतीय किसान यूनीयन के आगू ने राकेश टकैत उन्होंने कहा कि यूपी, उत्तराखंड ते दिल्ली दे विच चक्का जाम नहीं किया जाएगा। उन्होंने इसलिए दलील दी कि इन्हां सूबियां दे विच गन्ने का सीजन होने करके ये कदम उठाया गया है तां जो किसानां नूं परेशानियां पेश ना आउण। सूत्रां मुताबक किसान आगू नूं शक है कि सत्ताधारी धिरां दे कथित इशारे ते बसां जां जनतक ट्रांसपोर्ट नूं साड़न की साजिश रची जा सकती है तां जो किसान अंदोलन नूं 26 जनवरी वांग बदनाम किया जा सके। किसान आगू 26 जनवरी दौरान वापरियां घटनावां कारण चौकस ने। टकैत ने कहा कि दिल्ली पुलिस के वलों किसान संघर्ष की किलेबंदी लई लाए गए किल्लां वालियां थावां ते असीं फुल्लां दे बूटे ला रहे हैं। राकेश टकैत होरां ने उन्हां थावां दे उत्ते पहलां मिट्टी नूं चुम्मिया, नमस्कार कीती अते फिर एक पासे प्रशासन किल्लां ला रहा है ते फुल्लां वाले ते फलदार बूटे उत्थे ला रहे हैं। तो हुण आ जिहड़ी खबर है काफ़ी महत्वपूर्ण खबर है। तुसीं देखो कि हुण तक जिन्ने भी किसानां दी इस अंदोलन दे विच जान गई है सारिआं नूं शहीद ऐलानिया जा रहा है। खबर मिली है कि गाजीपुर नेड़े सड़क हादसा होया ते सड़क हादसे विच एक किसान दी मां अते भरा दे खिलाफ तिरंगे दा अपमान हेठ एक केस दर्ज कर लिया गया। किसान दे अंतिम संस्कार दे मौके उसकी देह नूं तिरंगे विच लपेट लिया सी। भारत दे राष्ट्रीय झंडे का जिहड़ा कोड है उसके मुताबक आम व्यक्ति के संस्कार के मौके उसकी देह नूं तिरंगे विच लपेटना जुर्म है। SP जयप्रकाश यादव ने दस्सिया कि सहिरामू इलाके के पिंड बाड़ी बूझियां के रहने वाले बलजिंदर सिंह की 25 जनवरी को किसान अंदोलन के शामिल होने दौरान एक सड़क हादसे में मौत होती है। SP ने दस्सिया कि परिवारक मैंबरां ने अपने उस व्यक्ति की देह नूं शहीद दे वांग तिरंगे विच लपेटिया अते कल उसकी अंतिम यात्रा कढ़ी गई। अंतिम रस्मां दे वास्ते जदों उसनूं शमशान घाट लिजाया जा रहा सी
ਤਾਂ ਉਸ ਕਿਸਾਨ ਦੀ ਮ੍ਰਿਤਕ ਦੇਹ ਦੇ ਉੱਤੇ ਤਿਰੰਗਾ ਪਾਇਆ ਹੋਇਆ ਸੀ। ਇਹ ਵੀਡੀਓ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮ੍ਰਿਤਕ ਦੀ ਮਾਂ, ਉਹਦੀ ਭੈਣ, ਭਰਾ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਹੈ। ਹੁਣ ਦੋ ਗੱਲਾਂ ਨੇ, ਇੱਕ ਪਾਸੇ ਕਿਸਾਨ ਇਹਨਾਂ ਅੰਦੋਲਨ ਦੇ ਵਿੱਚ ਜਾਨਾਂ ਗਵਾਉਣ ਵਾਲਿਆਂ ਨੂੰ ਸ਼ਹੀਦ ਆਖ ਰਹੀਆਂ ਨੇ ਤੇ ਦੂਸਰੇ ਪਾਸੇ ਸਰਕਾਰ ਦੀ ਨਜ਼ਰ ਵਿੱਚ ਉਹ ਸ਼ਹੀਦ ਨਹੀਂ ਨੇ। ਇਸੇ ਹੀ ਕਰਕੇ ਇਹ ਮਾਮਲਾ ਉਸਦੇ ਪਰਿਵਾਰਕ ਮੈਂਬਰਾਂ ਅਤੇ ਕੁਝ ਹੋਰਨਾਂ ਦੇ ਉੱਤੇ ਦਰਜ ਕਰ ਦਿੱਤਾ ਗਿਆ ਹੈ ਕਿ ਤੁਸੀਂ ਕਹਿੰਦੇ ਹੋ ਕਿ ਕਿਸਾਨ ਅੰਦੋਲਨ ਦੇ ਵਿੱਚ ਇਹ ਵਿਅਕਤੀ ਸ਼ਹੀਦ ਹੋ ਗਿਆ, ਪਰ ਸਾਡੇ ਵਾਸਤੇ ਇਹ ਸ਼ਹੀਦ ਨਹੀਂ, ਇਸ ਮਾਮਲੇ ਦੇ ਹੋਰ ਭਖ ਜਾਣ ਦੀ ਉਮੀਦ ਹੈ। ਅਗਲਾ ਇਹ ਵੀ ਇਸੇ ਤਰ੍ਹਾਂ ਦੀ ਇੱਕ ਖਬਰ ਹੈ। ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਭਾਦੜਾ ਦੇ 40 ਵਰ੍ਹਿਆਂ ਦੇ ਕਿਸਾਨ ਬਬਲੀ ਸਿੰਘ ਦੀ ਦਿੱਲੀ ਦੇ ਟਿਕਰੀ ਬਾਰਡਰ ਤੇ ਪਕੌੜਾ ਚੌਂਕ ਨਜ਼ਦੀਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਬਬਲੀ ਸਿੰਘ ਪੁੱਤਰ ਜੀਤਾ ਸਿੰਘ ਪਿੰਡ ਭਾਦੜਾ ਬੀਤੇ ਕਈ ਦਿਨਾਂ ਤੋਂ ਇਸ ਸੰਘਰਸ਼ ਦੇ ਵਿੱਚ ਗਿਆ ਹੋਇਆ ਸੀ, ਪਰ ਸੜਕ ਹਾਦਸੇ ਵਿੱਚ ਪਕੌੜਾ ਚੌਂਕ ਦੇ ਨੇੜੇ ਉਸ ਦੀ ਜਾਨ ਚਲੀ ਗਈ ਹੈ। ਜਿੰਨੀਆਂ ਵੀ ਜਾਨਾਂ ਹੁਣ ਤੱਕ ਇਸ ਸੰਘਰਸ਼ ਦੇ ਲੇਖੇ ਲੱਗੀਆਂ ਨੇ, ਅਸੀਂ ਆਪਣੇ ਅਦਾਰੇ ਦੇ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਅਤੇ ਕਿਸਾਨ ਆਗੂਆਂ ਨੇ ਆਖਿਆ ਕਿ ਜਿਉਂ ਹੀ ਅੱਜ 3 ਵੱਜਣਗੇ, ਜਦੋਂ ਇਹ ਚੱਕਾ ਜਾਮ ਸਮਾਪਤ ਹੋਵੇਗਾ, ਉਹਦੇ ਤੋਂ ਬਾਅਦ ਸਾਰੇ ਲੋਕ ਆਪੋ ਆਪਣੀਆਂ ਗੱਡੀਆਂ ਦੇ ਹੌਰਨ ਵਜਾ ਕੇ ਇਸ ਸੰਘਰਸ਼ ਦੇ ਨਾਲ ਇਤਫਾਕ ਅਤੇ ਏਕਤਾ ਦਾ ਪ੍ਰਤੀਕ ਹੌਰਨ ਮਾਰ ਕੇ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ, ਕੁਝ ਜਾਣਕਾਰੀਆਂ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਇਹ ਜਾਣਕਾਰੀਆਂ ਚੰਗੀਆਂ ਲੱਗੀਆਂ ਹੋਣਗੀਆਂ। ਜੇ ਚੰਗੀਆਂ ਲੱਗੀਆਂ ਨੇ, ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ ਤੇ ਨੋਟੀਫਿਕੇਸ਼ਨ ਵਾਲਾ ਬਟਨ, ਚੈਨਲ ਸਬਸਕ੍ਰਾਈਬ ਕਰਕੇ ਜ਼ਰੂਰ ਨੱਪ ਲੈਣਾ। ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾਖਾ।